ਸਭ ਨੂੰ ਸਤਿ ਸ੍ਰੀ ਅਕਾਲ। ਅੱਜ ਆਪਾਂ EVS ਦੇ ਬਹੁਤ ਹੀ ਇੰਪੋਰਟੈਂਟ MCQ ਕਰਨ ਜਾ ਰਹੇ ਹਾਂ, ਜੋ ਕਿ ਪੇਪਰ ਦੇ ਪੁਆਇੰਟ ਆਫ ਵਿਊ ਨਾਲ ਬਹੁਤ ਹੀ ਮਹੱਤਵਪੂਰਨ ਹਨ। ਜ਼ਿਆਦਾ ਗੱਲ ਕਰਦੇ ਹੋਏ ਆਪਾਂ ਵੀਡੀਓ ਨੂੰ ਸਟਾਰਟ ਕਰਦੇ ਹਾਂ ਔਰ ਪਹਿਲਾ ਕੁਐਸਚਨ ਪੜ੍ਹਦੇ ਹਾਂ। ਦੁਨੀਆ ਦੀ ਸਭ ਤੋਂ ਲੰਬੀ ਪਰਬਤ ਲੜੀ ਕਿਹੜੀ ਹੈ? ਕਾਰਾਕੋਰਮ, ਰੌਕੀਜ਼, ਹਿਮਾਲਿਆ ਜਾਂ ਐਂਡੀਜ਼? ਤਾਂ ਕਿਹੜੀ ਹੈ? ਤਾਂ ਇਹਦਾ ਆਪਸ਼ਨ ਨੰਬਰ ਡੀ, ਇਹਦਾ ਆਨਸਰ ਸਹੀ ਹੈ, ਐਂਡੀਜ਼। ਅਗਲਾ ਕੁਐਸਚਨ, ਕਿਸ ਦੇਸ਼ ਨੇ 2004 ਦੇ ਅਖੀਰ ਵਿੱਚ ਕਿয়োਟੋ ਪ੍ਰੋਟੋਕੋਲ ਦੀ ਪੁਸ਼ਟੀ ਕੀਤੀ ਅਤੇ ਇਸ ਤਰ੍ਹਾਂ ਇਸ ਨੂੰ ਇੱਕ ਅੰਤਰਰਾਸ਼ਟਰੀ ਕਾਨੂੰਨ ਬਣਾਇਆ ਸੀ? ਤਾਂ ਕਿਸ ਨੇ ਬਣਾਇਆ ਸੀ? USA ਨੇ, ਰਸ਼ੀਆ ਨੇ, ਜਾਪਾਨ ਨੇ ਜਾਂ ਫਰਾਂਸ ਨੇ? ਤਾਂ ਕਿਹਨੇ ਬਣਾਇਆ ਸੀ? ਤਾਂ ਬਣਾਇਆ ਸੀ ਫਰਾਂਸ ਨੇ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ ਆਪਾਂ। ਮੁੜ ਰੇਡੀਏਟਿਡ ਇੰਫਰਾਰੈੱਡ ਰੇਡੀਏਸ਼ਨ ਦੇ ਫਸਣ ਦੁਆਰਾ ਵਾਤਾਵਰਣ ਨੂੰ ਗਰਮ ਕਰਨ ਦੀ ਕੁਦਰਤੀ ਪ੍ਰਕਿਰਿਆ ਨੂੰ ਕੀ ਕਹਿੰਦੇ ਹੈ? ਤਾਂ ਕੁਦਰਤੀ ਪ੍ਰਕਿਰਿਆ ਨੂੰ ਕੀ ਕਹਿੰਦੇ ਆ? ਗ੍ਰੀਨ ਹਾਊਸ, ਥਰਮਲ ਇਨਵਰਸ਼ਨ, ਸੋਲਰ ਹੀਟਿੰਗ ਜਾਂ ਗਲੋਬਲ ਵਾਰਮਿੰਗ? ਤਾਂ ਕੀ ਕਹਿੰਦੇ ਹਨ ਉਹਨੂੰ? ਤਾਂ ਇਹਦਾ ਆਨਸਰ ਕੀ ਹੋਏਗਾ? ਇਹਦਾ ਆਨਸਰ ਹੋਏਗਾ ਆਪਸ਼ਨ ਨੰਬਰ ਏ। ਇਹਦਾ ਆਨਸਰ ਹੋਏਗਾ ਆਪਸ਼ਨ ਨੰਬਰ ਏ, ਗ੍ਰੀਨ ਹਾਊਸ। ਇਹਦਾ ਕੀ ਆਨਸਰ ਹੋਏਗਾ? ਆਪਸ਼ਨ ਨੰਬਰ ਏ, ਗ੍ਰੀਨ ਹਾਊਸ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ ਆਪਾਂ। ਵਰਲਡ ਦੇ ਭੂਮੀ ਖੇਤਰ ਦਾ ਕਿੰਨਾ ਹਿੱਸਾ ਗਰਮ ਖੰਡੀ ਮੀਂਹ ਦੇ ਜੰਗਲਾਂ ਬਾਰੇ ਹੈ? ਕਿੰਨਾ? 2%, 7%, 10% ਜਾਂ ਫਿਰ 15%? ਤਾਂ ਕਿੰਨਾ ਹੈਗਾ? ਤਾਂ ਇਹਦਾ ਆਨਸਰ ਹੋਏਗਾ 10%। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ ਆਪਾਂ। ਤਾਪਮਾਨ ਵਾਲੇ ਜੰਗਲਾਂ ਵਿੱਚ ਦਰਖਤਾਂ ਦੀ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਕਿਸਮਾਂ ਹੋਣ ਦੀ ਸੰਭਾਵਨਾ ਹੈ? ਕਿਹੜੀਆਂ ਕਿਸਮਾਂ ਹੁੰਦੀਆਂ? ਪਾਈਨ, ਸੈਪਰੂਸ, ਰੈਡਵੁੱਡ ਜਾਂ ਉਪਰੋਕਤ ਸਾਰੇ? ਤਾਂ ਕੀ ਆਨਸਰ ਹੋਣਾ ਚਾਹੀਦਾ ਇਹਦਾ? ਇਹਦਾ ਆਨਸਰ ਹੋਣਾ ਚਾਹੀਦਾ ਹੈ ਉਪਰੋਕਤ ਸਾਰੇ। ਕੀ ਆਨਸਰ ਹੋਣਾ ਚਾਹੀਦਾ ਹੈ? ਉਪਰੋਕਤ ਸਾਰੇ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ ਆਪਾਂ। ਅਗਲਾ ਕੁਐਸਚਨ ਪੜ੍ਹਦੇ ਹਾਂ। ਕਿਸ ਕਿਸਮ ਦੇ ਜੀਵ ਖੇਤਰ ਵਿੱਚ ਮਾਰੂਥਲੀਕਰਨ ਹੋਣ ਦੀ ਸੰਭਾਵਨਾ ਸਭ ਤੋਂ ਵੱਧ ਸੰਭਾਵਨਾ ਹੈ? ਤਾਂ ਕਿਹਦੇ ਵਿੱਚ? ਟ੍ਰੋਪੀਕਲ 'ਚ, ਟੈਂਪਰੇਟ 'ਚ ਜਾਂ ਕੋਨੀਫੇਰਸ 'ਚ ਜਾਂ ਗ੍ਰਾਸਲੈਂਡ 'ਚ? ਤਾਂ ਕਿਹਦੇ ਵਿੱਚ ਹੁੰਦਾ ਮਾਰੂਥਲੀ ਸਭ ਤੋਂ ਵੱਧ? ਕਿਹਦੇ ਵਿੱਚ ਹੁੰਦਾ? ਗ੍ਰਾਸਲੈਂਡ 'ਚ। ਆਪਸ਼ਨ ਨੰਬਰ ਡੀ ਇਹਦਾ ਆਨਸਰ ਸਹੀ ਹੈ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ ਆਪਾਂ। ਧਰਤੀ ਦੇ ਉੱਤਰੀ ਧਰੁਵ ਦੇ ਆਲੇ ਦੁਆਲੇ ਵਾਯੂਮੰਡਲ ਵਿੱਚ ਉੱਚੇ ਛੋਟੇ ਇਲੈਕਟ੍ਰੀਕਲੀ ਚਾਰਜ ਵਾਲੇ ਕਣ ਸੂਰਜ ਦੀਆਂ ਪ੍ਰਤੀਕਿਰਿਆ ਕਰਦੇ ਹਨ ਤਾਂ ਜੋ ਸੂਰਜ ਦੀਆਂ ਸੁੰਦਰ ਚਾਦਰਾਂ ਬਣ ਸਕਣ। ਇਹਨਾਂ ਨੂੰ ਕੀ ਕਿਹਾ ਜਾਂਦਾ ਹੈ? ਐਲੋਰਾ ਬੋਲੋਰਿਸ, ਐਲੋਰਾ ਐਸਟ੍ਰਿਲਸ, ਐਲੋਰਾ ਸਲੋਰਿਸ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ? ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਇਹਦੇ ਵਿੱਚ ਆਨਸਰ ਹੋਣਾ ਚਾਹੀਦਾ ਹੈ ਐਲੋਰਾ ਬੋਲੋਰਿਸ। ਤਾਂ ਕੀ ਆਪਸ਼ਨ ਹੋਣਾ ਚਾਹੀਦਾ ਇਹਦਾ? ਆਪਸ਼ਨ ਨੰਬਰ 1 ਇਹਦਾ ਆਨਸਰ ਹੋਣਾ ਚਾਹੀਦਾ ਹੈ। ਚਲੋ ਅਗਲੇ ਕੁਐਸਚਨ ਪੜ੍ਹਦੇ ਹਾਂ ਆਪਾਂ। PVC ਪਲਾਸਟਿਕ ਦਾ ਉਹ ਤਰੀਕਾ ਹੀ ਜ਼ਹਿਰੀਲਾ ਰੂਪ ਹੈ ਜਾਂ PC ਦਾ ਪੂਰਾ ਨਾਮ ਕੀ ਹੈ? ਮਤਲਬ ਕਿ ਇਹਨਾਂ ਨੇ ਪੁੱਛਿਆ ਕਿ PC ਦਾ ਫੁੱਲ ਫਾਰਮ ਕੀ ਹੈ? ਤੇ ਕੀ ਫੁੱਲ ਫਾਰਮ ਹੈ ਉਹਦਾ ਫੁੱਲ ਫਾਰਮ ਹੈ ਪਲਾਸਟਿਕ ਵਿਨਾਇਲ ਮਿਸ਼ਰਣ, ਪੋਲੀਮਰ ਵਿਨਾਇਲ ਕਲੋਰਾਈਡ ਜਾਂ ਫਿਰ ਪੋਲੀਵਿਨਾਈਲ ਕਪੂਰ? ਤਾਂ ਕੀ ਹੁੰਦਾ ਹੈ PVC ਦਾ ਫੁੱਲ ਫਾਰਮ? ਕੀ ਹੁੰਦਾ ਹੈ PVC ਦਾ ਫੁੱਲ ਫਾਰਮ? ਹੁੰਦਾ ਹੈ ਪੋਲੀਵਾਈਨ ਕਲੋਰਾਈਡ। ਆਪਸ਼ਨ ਨੰਬਰ ਸੀ ਇਹਦਾ ਆਨਸਰ ਬਿਲਕੁਲ ਸਹੀ ਹੈ। ਚਲੋ ਅਗਲਾ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ। ਕਿਹੜਾ ਬਾਲੀਵੁੱਡ ਅਭਿਨੇਤਾ ਭਾਰਤ ਵਿੱਚ ਅਰਥ ਆਵਰ 2009 ਦਾ ਰਾਜਦੂਤ ਸੀ? ਕਿਹੜਾ ਬਾਲੀਵੁੱਡ ਅਭਿਨੇਤਾ ਭਾਰਤ ਵਿੱਚ ਅਰਥ ਆਵਰ 2009 ਦਾ ਰਾਜਦੂਤ ਸੀ? ਕੌਣ ਸੀ? ਸ਼ਾਹਰੁਖ ਖਾਨ, ਨਸਰੂਦੀਨ ਸ਼ਾਹ, ਅਨੁਪਮ ਖੇਰ ਜਾਂ ਆਮਿਰ ਖਾਨ? ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਇਹਦਾ ਆਨਸਰ ਹੋਣਾ ਚਾਹੀਦਾ ਆਪਸ਼ਨ ਨੰਬਰ ਡੀ, ਆਮਿਰ ਖਾਨ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ ਆਪਾਂ। ਇਹਦਾ ਅਗਲਾ ਕੁਐਸਚਨ ਪੜ੍ਹਦੇ ਹਾਂ। ਸੌਫਟ ਡਰਿੰਕ ਦੇ ਡੱਬਿਆਂ ਦੀ
ਰੀਸਾਈਕਲਿੰਗ ਦੇ ਹੇਠ ਲਿਖੀਆਂ ਕਿਹੜੀਆਂ ਸਮੱਗਰੀਆਂ ਨੂੰ ਬਰਬਾਦ ਕੀਤਾ ਜਾ ਸਕਦਾ ਹੈ? ਤਾਂ ਕਿਹੜੀਆਂ ਸਮੱਗਰੀਆਂ ਨੂੰ ਬਰਬਾਦ ਕੀਤਾ ਜਾਂਦਾ? ਪੇਪਰ, ਪਲਾਸਟਿਕ, ਧਾਤੂ ਜਾਂ ਗਲਾਸ। ਤਾਂ ਕਿਹੜੀ ਆਪਸ਼ਨ ਨੰਬਰ ਕਿਹੜਾ ਆਂਸਰ ਹੋਣਾ ਚਾਹੀਦਾ ਹੈ? ਆਪਸ਼ਨ ਨੰਬਰ ਸੀ, ਧਾਤੂ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਅਗਲਾ ਕੁਐਸਚਨ ਪੜ੍ਹਦੇ ਹਾਂ। ਇਕੋਲੋਜੀ ਸ਼ਬਦ ਦੀ ਰਚਨਾ ਕਿਹਨੇ ਕੀਤੀ ਸੀ? ਅਨਸਟਰ ਹੈਕਲ ਨੇ, ਚਾਰਲਸ ਡਾਰਵਿਨ ਨੇ, ਗੈਰੀਰੀ ਮੈਂਡੇਲ ਨੇ, ਅਲਬਰਟ ਆਇਨਸਟਾਈਨ ਨੇ। ਤਾਂ ਕਿਹਨੇ ਕੀਤੀ ਸੀ? ਅਨਸਟ ਹੈਕਲ ਨੇ ਕੀਤੀ ਸੀ। ਕਿਹਨੇ ਕੀਤੀ ਸੀ? ਅਨਸਟ ਹੈਕਲ। ਆਪਸ਼ਨ ਨੰਬਰ ਏ ਇਹਦਾ ਬਿਲਕੁਲ ਸਹੀ ਹੈ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ ਆਪਾਂ। ਅਗਲਾ ਕੁਐਸਚਨ ਹੈਗਾ ਸਪੈਰੋਫਾਈਟਸ ਕੀ ਹੁੰਦੇ ਹਨ? ਸਪੈਰੋਫਾਈਟਸ ਕੀ ਹੁੰਦੇ ਹਨ? ਇੱਕ ਜੀਵਿਤ ਜੀਵ ਜੋ ਰੁੱਖ ਦੀ ਸੱਕ ਦੇ ਰਸ ਨੂੰ ਖਾਂਦੇ ਹਨ, ਜਾਂ ਜੀਵਤ ਜੀਵ ਜੋ ਮਰੇ ਜਾਂ ਸੜੇ ਹੋਏ ਜੈਵਿਕ ਪਦਾਰਥਾਂ ਨੂੰ ਖਾਂਦੇ ਹਨ, ਜੀਵਤ ਜੀਵ ਜੋ ਦੂਜੇ ਜੀਵਾਂ ਨੂੰ ਭੋਜਨ ਦਿੰਦੇ ਹਨ, ਜਾਂ ਜੀਵਤ ਜੀਵ ਜੋ ਮੁਰਦਾ ਜਾਂ ਸੜੇ ਹੋਏ ਜੈਵਿਕ ਪਦਾਰਥਾਂ ਨੂੰ ਖਾਂਦੇ ਹਨ। ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ ਕਿ ਸਪੈਰੋਫਾਈਟਸ ਕੀ ਹੁੰਦੇ ਹਨ? ਸਪੈਰੋਫਾਈਟਸ ਹੁੰਦੇ ਹਨ ਜਿਹੜੇ ਜੀਵਿਤ ਜੀਵ ਜੋ ਮੁਰਦਾ ਜਾਂ ਸੜੇ ਹੋਏ ਜੈਵਿਕ ਪਦਾਰਥਾਂ ਨੂੰ ਖਾਂਦੇ ਹਨ। ਤਾਂ ਆਪਸ਼ਨ ਨੰਬਰ ਡੀ ਇਹਦਾ ਆਨਸਰ ਬਿਲਕੁਲ ਠੀਕ ਹੈ। ਅੱਗੇ ਆ ਗਿਆ ਨੈਤਿਕ ਵਿਗਿਆਨੀ ਕੌਣ ਹਨ? ਜੋ ਨੈਤਿਕ ਵਿਗਿਆਨੀ ਜੋ ਨੈਤਿਕਤਾ ਬਾਰੇ ਅਧਿਐਨ ਕਰਦੇ ਹਨ, ਵਿਗਿਆਨੀ ਜੋ ਜੰਗਲੀ ਜਾਨਵਰਾਂ ਦੇ ਵਿਵਹਾਰ ਬਾਰੇ ਅਧਿਐਨ ਕਰਦੇ ਹਨ, ਵਿਗਿਆਨੀ ਜੋ ਕਿਸੇ ਖਾਸ ਵਾਤਾਵਰਣ ਪ੍ਰਣਾਲੀ ਵਿੱਚ ਜਾਨਵਰਾਂ ਦੇ ਵਿਵਹਾਰ ਬਾਰੇ ਅਧਿਐਨ ਕਰਦੇ ਹਨ। ਤਾਂ ਵਿਗਿਆਨੀ, ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਇਹਦਾ ਆਨਸਰ ਹੋਣਾ ਚਾਹੀਦਾ ਹੈ ਵਿਗਿਆਨੀ ਜੋ ਜੰਗਲੀ ਜਾਨਵਰਾਂ ਦੇ ਵਿਵਹਾਰ ਬਾਰੇ ਅਧਿਐਨ ਕਰਦੇ ਹਨ। ਆਪਸ਼ਨ ਨੰਬਰ ਬੀ ਇਹਦਾ ਆਨਸਰ ਬਿਲਕੁਲ ਠੀਕ ਹੈ। ਵੈਸੇ ਵੀ ਇਹਦੇ ਆਨਸਰ ਥੱਲੇ ਦਿੱਤੇ ਹੀ ਹੋਏ ਹੈ, ਜੇ ਅਗਰ ਤੁਹਾਨੂੰ ਇੱਥੇ ਗਲਤ ਵੀ ਲੱਗੇ ਤਾਂ ਤੁਸੀਂ ਥੱਲੇ ਦੇਖ ਸਕਦੇ ਹੋ, ਆਨਸਰ ਇਹਦੇ ਮੈਂ ਨਾਲ ਹੀ ਪੁੱਟ ਕਰ ਦਿੱਤੇ ਹਨ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਭਿਆਨਕ ਜਾਨਵਰ ਕੀ ਹਨ? ਉਹ ਜਾਨਵਰ ਜੋ ਕਿਸੇ ਖਾਸ ਖੇਤਰ ਵਿੱਚ ਰਹਿੰਦੇ ਹਨ, ਉੱਚੇ ਪਹਾੜਾਂ 'ਤੇ ਰਹਿਣ ਵਾਲੇ, ਜਾਂ ਮਿੱਟੀ ਵਿੱਚ ਰਹਿਣ ਵਾਲੇ ਜਾਨਵਰ, ਜਾਂ ਇੱਕ ਖਾਸ ਖੇਤਰ ਵਿੱਚ ਰਹਿਣ ਵਾਲੇ। ਤਾਂ ਕਿਹੜੇ ਹੁੰਦੇ ਹਨ ਜਿਹੜੇ ਭਿਆਨਕ ਜਾਨਵਰ ਹੁੰਦੇ ਹਨ? ਜਿਹੜੇ ਮਿੱਟੀ ਵਿੱਚ ਰਹਿਣ ਵਾਲੇ ਜਾਨਵਰ। ਆਪਸ਼ਨ ਨੰਬਰ ਸੀ ਇਹਦਾ ਆਨਸਰ ਬਿਲਕੁਲ ਠੀਕ ਹੈ। ਅੱਗੇ ਆ ਗਿਆ ਆਰਬੋਰੀਅਲ ਜਾਨਵਰ ਕੀ ਹਨ? ਆਰਬੋਰੀਅਲ ਜਾਨਵਰ ਕੀ ਹਨ? ਆਪਸ਼ਨ ਨੰਬਰ 1 ਰੁੱਖਾਂ ਵਿੱਚ ਰਹਿਣ ਵਾਲੇ ਜਾਨਵਰ, ਜਾਂ ਪਾਣੀ ਵਿੱਚ ਰਹਿਣ ਵਾਲੇ ਜਾਨਵਰ, ਜਾਂ ਦਲਦਲੀ ਜ਼ਮੀਨਾਂ ਵਿੱਚ ਰਹਿਣ ਵਾਲੇ ਜਾਨਵਰ, ਜਾਂ ਪਾਣੀ ਅਤੇ ਜ਼ਮੀਨ ਵਿੱਚ ਰਹਿਣ ਵਾਲੇ। ਤਾਂ ਜਿਹੜੇ ਆਰਬੋਰੀਅਲ ਜਾਨਵਰ ਹੁੰਦੇ ਹਨ ਉਹ ਕਿੱਥੇ ਰਹਿੰਦੇ ਹਨ? ਉਹ ਰਹਿੰਦੇ ਹਨ ਰੁੱਖਾਂ ਵਿੱਚ ਰਹਿਣ ਵਾਲੇ ਜਾਨਵਰਾਂ ਨੂੰ ਕਿਹਾ ਜਾਂਦਾ ਹੈ। ਆਪਸ਼ਨ ਨੰਬਰ 1 ਇਹਦਾ ਆਨਸਰ ਬਿਲਕੁਲ ਠੀਕ ਹੈ। ਅਗਲਾ ਕੁਐਸਚਨ ਪੜ੍ਹਦੇ ਹਾਂ ਆਪਾਂ। ਵਿਕਾਸਵਾਦ ਦੇ ਪਿਤਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ? ਗੈਲੋਰੀ ਮੈਂਟਲ, ਚਾਰਲਸ ਡਾਰਵਿਨ, ਅਲਬਰਟ ਆਇਨਸਟਾਈਨ ਜਾਂ ਸਟਰਨ ਹੈਕਲ। ਤਾਂ ਕਿਹਨੂੰ ਜਾਣਿਆ ਜਾਂਦਾ ਹੈ? ਚਾਰਲਸ ਡਾਰਵਿਨ ਨੂੰ। ਆਪਸ਼ਨ ਨੰਬਰ ਬੀ ਇਹਦਾ ਆਨਸਰ ਬਿਲਕੁਲ ਠੀਕ ਹੈ। ਅੱਗੇ ਆ ਗਿਆ ਹੇਠ ਲਿਖਿਆਂ ਵਿੱਚੋਂ ਕਿਹੜਾ ਇੱਕ ਓਬਲੀਵੀਅਨ ਹੈ? ਤਾਂ ਕਿਹੜਾ? ਸੈਲਾਮੈਂਡਰ, ਕਿਰਲੀ, ਸੱਪ ਜਾਂ ਮੱਛਲੀ। ਸੈਲਾਮੈਂਡਰ, ਕਿਰਲੀ, ਮੱਛੀ ਜਾਂ ਸੱਪ। ਤਾਂ ਇਹਨਾਂ ਚਾਰ ਆਪਸ਼ਨਾਂ 'ਚੋਂ ਕੀ ਆਨਸਰ ਹੋਣਾ ਚਾਹੀਦਾ ਹੈ? ਸੈਲਾਮੈਂਡਰ ਇੱਕ ਓਬਲੀਵੀਅਨ ਹੈ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ ਆਪਾਂ। ਮਨੁੱਖ ਲਈ ਸ਼ੋਰ ਦੀ ਤੀਬਰਤਾ ਦਾ ਸੁਰੱਖਿਅਤ ਪੱਧਰ ਕੀ ਹੈ? ਜਿਹੜਾ ਸਾਊਂਡ ਹੈ ਜਿਹੜਾ ਉਹ ਮਨੁੱਖ ਵਾਸਤੇ ਕਿੰਨੀ ਕੁ ਹੋਣਾ ਚਾਹੀਦਾ ਹੈ? ਉਹਦੀ ਸੁਰੱਖਿਅਤ ਕਿੱਥੋਂ ਤੱਕ ਹੁੰਦੀ ਹੈਗੀ? 90 ਡੈਸੀਬਲ ਤੱਕ, 70 ਡੈਸੀਬਲ ਤੱਕ, 80 ਡੈਸੀਬਲ ਤੱਕ, ਜਾਂ 60 ਡੈਸੀਬਲ ਤੱਕ ਕਿੱਥੇ ਤੱਕ ਹੋਣੀ ਚਾਹੀਦੀ ਹੈ? ਆਪਸ਼ਨ ਨੰਬਰ ਸੀ ਇਹਦਾ ਆਨਸਰ ਬਿਲਕੁਲ ਠੀਕ ਹੈ, 80 ਡੈਸੀਬਲ। ਚਲੋ ਅਗਲਾ ਪੜ੍ਹਦੇ ਹਾਂ ਆਪਾਂ ਕੁਐਸਚਨ ਨੰਬਰ। ਧਰਤੀ ਦੇ ਨੇੜੇ ਅਤੇ 10 ਕਿਲੋਮੀਟਰ ਦੀ ਉਚਾਈ ਤੱਕ ਫੈਲੇ ਹੋਏ ਹਵਾ ਦੇ ਖੇਤਰ ਨੂੰ ਕੀ ਕਿਹਾ ਜਾਂਦਾ ਹੈ? ਵਾਯੂਮੰਡਲ, ਸਟ੍ਰੈਟੋਸਫੀਅਰ, ਟ੍ਰੋਪੋਸਫੀਅਰ ਜਾਂ ਫਿਰ ਬੈਰੋਮੀਟਰ। ਤਾਂ ਕੀ ਕਿਹਾ ਜਾਂਦਾ ਹੈ? ਉਹਨੂੰ ਸਟ੍ਰੈਟੋਸਫੀਅਰ ਕਿਹਾ ਜਾਂਦਾ ਹੈ, ਟ੍ਰੋਪੋਸਫੀਅਰ ਕਿਹਾ ਜਾਂਦਾ ਹੈ, ਜੋ ਧਰਤੀ ਦੇ ਨੇੜੇ 10 ਕਿਲੋਮੀਟਰ ਦੀ ਉਚਾਈ ਤੱਕ ਫੈਲੇ ਹਵਾ ਦੇ ਖੇਤਰ ਨੂੰ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ ਆਪਾਂ। ਕੁਐਸਚਨ ਗਲਤ ਹੋ ਗਿਆ, ਇਹਦਾ ਆਨਸਰ ਕੀ ਹੈ? ਟ੍ਰੋਪੋਸਫੀਅਰ ਇਹਦਾ ਆਨਸਰ ਹੈ। ਚਲੋ ਅੱਗੇ ਪੜ੍ਹਦੇ ਹਾਂ। ਪਲੈਂਕਟਨ ਕੀ ਹਨ? ਪਾਣੀ ਵਿੱਚ ਰਹਿਣ ਵਾਲੇ ਪੌਦੇ, ਪਾਣੀ ਵਿੱਚ ਰਹਿਣ ਵਾਲੇ ਬਹੁਤ ਛੋਟੇ ਪੌਦੇ ਅਤੇ ਜਾਨਵਰ, ਜ਼ਮੀਨ 'ਤੇ ਰਹਿਣ ਵਾਲੇ ਬਹੁਤ ਛੋਟੇ ਜਾਨਵਰ ਅਤੇ ਜ਼ਮੀਨ 'ਤੇ ਰਹਿਣ ਵਾਲੇ ਪੌਦੇ।
ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਇਹਦਾ ਆਨਸਰ ਹੋਣਾ ਚਾਹੀਦਾ ਹੈ ਪਾਣੀ ਵਿੱਚ ਰਹਿਣ ਵਾਲੇ ਛੋਟੇ ਪੌਦੇ ਜਾਨਵਰ। ਆਪਸ਼ਨ ਨੰਬਰ ਬੀ ਇਹਦਾ ਆਨਸਰ ਹੋਣਾ ਚਾਹੀਦਾ ਹੈ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਜੀਵ ਦੁਆਰਾ ਪ੍ਰਕਾਸ਼ ਦੇ ਉਤਪਾਦਨ ਨੂੰ ਕੀ ਕਿਹਾ ਜਾਂਦਾ ਹੈ? ਬਾਇਓਲਿਊਮੀਨੇਸੈਂਸ, ਬਾਇਓਲਾਈਟਿੰਗ, ਬਾਇਓਫਲੋਰੈਸੈਂਸ ਜਾਂ ਜੈਵ ਵਿਵਿਧਤਾ। ਤਾਂ ਕੀ ਕਿਹਾ ਜਾਂਦਾ ਹੈ? ਬਾਇਓਲਿਊਮੀਨੇਸੈਂਸ ਕਿਹਾ ਜਾਂਦਾ ਹੈ। ਜਿਹੜੇ ਜੀਵ ਦੁਆਰਾ ਪ੍ਰਕਾਸ਼ ਦੇ ਉਤਪਾਦਨ ਨੂੰ ਕੀ ਕਿਹਾ ਜਾਂਦਾ ਹੈ? ਬਾਇਓਲਿਊਮੀਨੇਸੈਂਸ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਕਿਸ ਦੇਸ਼ ਨੂੰ ਪਵਨ ਚੱਕੀ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ? ਕਿਸ ਦੇਸ਼ ਨੂੰ ਪਵਨ ਚੱਕੀਆਂ ਦੀ ਧਰਤੀ ਕਿਹਾ ਜਾਂਦਾ ਹੈ? ਨੀਦਰਲੈਂਡ ਨੂੰ, ਪੋਲੈਂਡ ਨੂੰ, ਨਾਰਵੇ ਨੂੰ ਜਾਂ ਜਾਪਾਨ ਨੂੰ। ਤਾਂ ਕਿਸ ਨੂੰ ਕਿਹਾ ਜਾਂਦਾ ਹੈ? ਤਾਂ ਨੀਦਰਲੈਂਡ ਨੂੰ ਕਿਹਾ ਜਾਂਦਾ ਹੈ। ਆਪਸ਼ਨ ਨੰਬਰ 1 ਇਹਦਾ ਬਿਲਕੁਲ ਸਹੀ ਹੈ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਪੁਲਾੜ ਵਿੱਚ ਯਾਤਰਾ ਕਰਨ ਵਾਲਾ ਪਹਿਲਾ ਮਨੁੱਖ ਕੌਣ ਸੀ? ਐਡਵਿਨ ਐਲਡਰਿਨ, ਨੀਲ ਆਰਮਸਟਰੋਂਗ, ਯੂਰੀ ਗਾਗਰਿਨ ਜਾਂ ਗੈਗਰੀ ਮੈਂਡਲ। ਤਾਂ ਕਿਹੜਾ ਸੀ? ਯੂਰੀ ਗਾਗਰਿਨ ਸੀ, ਜਿਹੜਾ ਸਭ ਤੋਂ ਪਹਿਲਾਂ ਪੁਲਾੜ ਦੇ ਵਿੱਚ ਗਿਆ ਸੀ, ਮਤਲਬ ਕਿ ਸਪੇਸ ਦੇ ਵਿੱਚ ਗਿਆ ਸੀ। ਠੀਕ ਹੈ, ਆਪਸ਼ਨ ਨੰਬਰ ਡੀ ਇਹਦਾ ਬਿਲਕੁਲ ਠੀਕ ਹੈ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਹਵਾ ਦੇ ਵੇਗ ਨੂੰ ਮਾਪਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ? ਕਿਹੜਾ ਯੰਤਰ ਵਰਤਿਆ ਹੈ? ਬੈਰੋਮੀਟਰ, ਐਨੋਮੀਟਰ, ਹਾਈਗਰੋਮੀਟਰ ਜਾਂ ਰੇਡੀਓਮੀਟਰ। ਤਾਂ ਹਵਾ ਦੇ ਵੇਗ ਨੂੰ ਮਾਪਣ ਵਾਲਾ ਕਿਹੜਾ ਹੁੰਦਾ ਹੈ? ਆਪਸ਼ਨ ਨੰਬਰ ਬੀ ਐਨੀਮੋਮੀਟਰ। ਜਿਹੜਾ ਕੀ ਹੁੰਦਾ ਹੈ, ਹਵਾ ਦੇ ਵੇਗ ਨੂੰ ਮਾਪਣ ਵਾਸਤੇ ਵਰਤਿਆ ਜਾਂਦਾ ਹੈ। ਅੱਗੇ ਆ ਗਿਆ ਭੂਚਾਲ ਦਾ ਪਤਾ ਲਗਾਉਣ ਲਈ ਕਿਹੜਾ ਯੰਤਰ ਵਰਤਿਆ ਜਾਂਦਾ ਹੈ? ਭੂਚਾਲ ਦਾ ਪਤਾ ਲਗਾਉਣ ਲਈ ਰੇਡੀਓਮੀਟਰ, ਬੈਰੋਮੀਟਰ, ਸਿਸਮੋਗ੍ਰਾਫ ਜਾਂ ਐਨੀਮੋਮੀਟਰ। ਤਾਂ ਕਿਹੜਾ ਹੁੰਦਾ ਹੈ ਭੂਚਾਲ ਨੂੰ ਮਾਪਣ ਵਾਲਾ ਯੰਤਰ? ਉਹਨੂੰ ਕਹਿੰਦੇ ਆ ਸਿਸਮੋਗ੍ਰਾਫ, ਜਿਹੜਾ ਭੂਚਾਲ ਦਾ ਪਤਾ ਲਗਾਉਂਦਾ ਹੈ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਅਗਲਾ ਕੁਐਸਚਨ ਆ ਗਿਆ, ਕਿਹੜੀ ਇਕਾਈ ਹੈ ਜਿਸ ਵਿੱਚ ਰੇਡੀਓ ਗਤੀਵਿਧੀਆਂ ਨੂੰ ਮਾਪਿਆ ਜਾਂਦਾ ਹੈ? ਕਿਹਦੇ ਵਿੱਚ ਮਾਪਿਆ ਜਾਂਦਾ ਹੈ ਰੇਡੀਓ ਦੀ ਗਤੀਵਿਧੀਆਂ ਨੂੰ? ਨਿਊਟਨ 'ਚ, ਰੋਐਟ 'ਚ, ਜੇਨ 'ਚ, ਡੈਸੀਬਲ 'ਚ ਜਾਂ ਫਿਰ ਗਾਰਗਿਨ 'ਚ। ਤਾਂ ਕਿਹਦੇ ਵਿੱਚ ਮਾਪਿਆ ਜਾਂਦਾ ਹੈ? ਆਪਸ਼ਨ ਨੰਬਰ ਬੀ ਰੋਐਟ ਜੇਨ ਦੇ ਵਿੱਚ ਰੇਡੀਓ ਗਤੀਵਿਧੀਆਂ ਦੇ ਨੂੰ ਮਾਪਿਆ ਜਾਂਦਾ ਹੈ। ਚਲੋ ਅੱਗੇ ਪੜ੍ਹਦੇ ਕੁਐਸਚਨ ਨੰਬਰ। ਵਾਯੂਮੰਡਲ ਦਾ 400 ਕਿਲੋਮੀਟਰ ਅਤੇ ਇਸ ਤੋਂ ਵੱਧ ਦਾ ਖੇਤਰ ਕੀ ਕਿਹਾ ਜਾਂਦਾ ਹੈ? ਐਕਸੋਫੀਅਰ ਕਿਹਾ ਜਾਂਦਾ ਹੈ, ਮੇਸੋਫੀਅਰ ਕਿਹਾ ਜਾਂਦਾ, ਥਰਮੋਸਫੀਅਰ ਕਿਹਾ ਜਾਂਦਾ ਹੈ, ਫਿਰ ਜਾਂ ਵਾਯੂਮੰਡਲ ਕਿਹਾ ਜਾਂਦਾ ਹੈ। ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਵਾਯੂਮੰਡਲ ਦਾ ਜਿਹੜਾ 400 ਕਿਲੋਮੀਟਰ ਇਸ ਤੋਂ ਵੱਧ ਖੇਤਰ ਹੁੰਦਾ ਉਹਨੂੰ ਐਕਸੋਫੀਅਰ ਕਿਹਾ ਜਾਂਦਾ ਹੈ। ਆਪਸ਼ਨ ਨੰਬਰ 1 ਇਹਦਾ ਬਿਲਕੁਲ ਠੀਕ ਹੈ। ਚਲੋ ਅੱਗੇ ਆ ਗਿਆ, ਪਾਂਡਾ ਦੀ ਖੁਰਾਕ ਹੈ। ਪਾਂਡਾ ਦੀ ਕੀ ਖੁਰਾਕ ਹੈ? ਐਕਸੀਆ ਛੱਡ, ਬਾਂਸ, ਘਾਹ ਜਾਂ ਫਿਰ ਰੁੱਖ। ਤਾਂ ਫਿਰ ਜਿਹੜੇ ਪਾਂਡਾ ਹੁੰਦੇ ਹਨ ਉਹ ਕੀ ਖਾਂਦੇ ਹਨ? ਉਹ ਖਾਂਦੇ ਹਨ ਬਾਂਸ। ਆਪਸ਼ਨ ਨੰਬਰ ਬੀ ਇਹਦਾ ਆਨਸਰ ਬਿਲਕੁਲ ਠੀਕ ਹੈ। ਚਲੋ ਅਗਲਾ ਆ ਗਿਆ, ਹੇਠ ਲਿਖਿਆਂ ਵਿੱਚੋਂ ਕਿਹੜਾ ਖਤਰੇ ਦਾ ਸ਼ਿਕਾਰ ਜਾਨਵਰ ਨਹੀਂ ਹੈ? ਹੇਠ ਲਿਖਿਆਂ ਵਿੱਚੋਂ ਕਿਹੜਾ ਖਤਰੇ ਦਾ ਸ਼ਿਕਾਰ ਜਾਨਵਰ ਨਹੀਂ ਹੈ? ਸਾਈਬੇਰੀਅਨ ਟਾਈਗਰ, ਲੋਂਗਰਹੈਂਡ ਕੱਛੂ, ਮੈਂਡਲ ਬੂਫਰ ਜਾਂ ਫਿਰ ਭਾਰਤੀ ਟਾਈਗਰ। ਤਾਂ ਕਿਹੜਾ ਨਹੀਂ ਹੈ? ਜਿਹੜਾ ਹੈਗਾ ਮੈਂਡਲ ਬੂਫਰ, ਇਹ ਕੀ ਹੈ ਜਾਨਵਰ ਖਤਰੇ ਦਾ ਸ਼ਿਕਾਰ ਨਹੀਂ ਹੈ। ਆਪਸ਼ਨ ਨੰਬਰ ਸੀ ਇਹਦਾ ਬਿਲਕੁਲ ਠੀਕ ਹੈ। ਅੱਗੇ ਆ ਗਿਆ, ਨਦੀ ਦੇ ਪਾਣੀ ਦੇ ਗੈਰ ਪੁਆਇੰਟਿੰਗ ਪ੍ਰਦੂਸ਼ਣ ਵਿੱਚ ਨੰਬਰ 1 ਕੁਐਸਚਨ 'ਚ ਕੀ ਲਿਖਿਆ ਸੀ ਕਿ ਨਦੀ ਦੇ ਪਾਣੀ ਦੇ ਗੈਰ ਪੁਆਇੰਟਿੰਗ ਪ੍ਰਦੂਸ਼ਣ ਵਿੱਚ ਆਪਸ਼ਨ ਨੰਬਰ 1 ਸ਼ਹਿਰੀ ਸੀਵਰੇਜ ਡਰੇਨਾਂ ਦੁਆਰਾ ਪ੍ਰਦੂਸ਼ਕਾਂ ਦਾ ਨਿਕਾਸ ਸ਼ਾਮਿਲ ਹੁੰਦਾ ਹੈ, ਉਦਯੋਗਿਕ ਗੰਦੇ ਪਾਣੀ ਜਾਂ ਆਪਸ਼ਨ ਨੰਬਰ 3 ਖੇਤੀਬਾੜੀ ਖੇਤਰ ਜਾਂ ਆਪਸ਼ਨ ਨੰਬਰ ਡੀ ਦੋਵੇਂ ਏ ਅਤੇ ਬੀ। ਤਾਂ ਜਿਹੜਾ ਨਦੀ ਦੇ ਪਾਣੀ ਦੇ ਗੈਰ ਪੁਆਇੰਟਿੰਗ ਪ੍ਰਦੂਸ਼ਣ ਹੁੰਦੇ ਆ ਉਹ ਕਿਹੜੇ ਹੁੰਦੇ ਹਨ? ਉਹ ਸ਼ਹਿਰੀ ਸੀਵਰੇਜ ਡਰੇਨਾਂ ਦੁਆਰਾ ਪ੍ਰਦੂਸ਼ਕ ਦਾ ਨਿਕਾਸ ਸ਼ਾਮਿਲ ਹੁੰਦਾ ਹੈ ਔਰ ਉਦਯੋਗਿਕ ਗੰਦੇ ਪਾਣੀ ਹੁੰਦਾ। ਆਪਸ਼ਨ ਨੰਬਰ ਡੀ ਇਹਦਾ ਬਿਲਕੁਲ ਹੋਣਾ ਚਾਹੀਦਾ ਹੈ ਜਾਂ ਫਿਰ ਆਪਸ਼ਨ ਨੰਬਰ ਸੀ ਖੇਤੀਬਾੜੀ ਖੇਤਰ। ਤਾਂ ਫਿਰ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਖੇਤੀਬਾੜੀ ਖੇਤਰ। ਆਪਸ਼ਨ ਨੰਬਰ ਸੀ ਇਹਦਾ ਆਨਸਰ ਬਿਲਕੁਲ ਠੀਕ ਹੈ। ਚਲੋ ਅੱਗੇ ਪੜ੍ਹਦੇ ਹਾਂ ਆਪਾਂ। ਜੰਗਲੀ ਈਕੋਸਿਸਟਮ ਦੇ ਸੰਦਰਭ ਵਿੱਚ ਹੇਠ ਲਿਖੇ ਦਿੱਤੇ ਕਥਨਾਂ 'ਤੇ ਵਿਚਾਰ ਕਰੋ। ਤਾਂ ਕੀ ਆਊਗਾ? ਸੰਖਿਆ ਪੈਰਾਮਿਡ ਨਾ ਤਾਂ ਉਲਟਾ ਹੈ ਅਤੇ ਨਾ ਹੀ ਉੱਪਰ ਵੱਲ ਹੈ। ਬਾਇਓਮਾਸ ਪੈਰਾਮਿਡ ਉਲਟਾ ਹੈ। ਉਪਰੋਕਤ ਵਿੱਚ ਦੋਨੋਂ ਸਹੀ ਹਨ। ਤਾਂ ਆਨਸਰ ਦੱਸਣਾ ਹੈਗਾ। ਤਾਂ ਆਪਸ਼ਨ ਨੰਬਰ 1 ਸਿਰਫ 1, ਆਪਸ਼ਨ ਨੰਬਰ ਬੀ ਸਿਰਫ 2 ਜਾਂ ਆਪਸ਼ਨ ਨੰਬਰ ਡੀ 1 ਅਤੇ 2 ਦੋਵੇਂ ਜਾਂ ਨਾ ਤਾਂ 1 ਅਤੇ ਨਾ ਹੀ ਦੋਨੋਂ। ਤਾਂ ਕੀ ਆਨਸਰ ਹੋਣਾ ਚਾਹੀਦਾ ਹੈ? ਇਹਦਾ ਆਨਸਰ ਹੋਣਾ ਚਾਹੀਦਾ ਆਪਸ਼ਨ ਨੰਬਰ ਏ ਸਿਰਫ 1।
ਚਲੋ ਅੱਗੇ ਆ ਗਿਆ ਮਨੁੱਖ। ਮਨੁੱਖ ਕੀ ਹੈ? ਮਨੁੱਖ ਗਲਤ ਹਲ ਵਾਹੁਣ ਦੇ ਢੰਗਾਂ ਦੀ ਵਰਤੋਂ ਕਰਕੇ ਮਿੱਟੀ ਦੀ ਕਟੌਤੀ ਦਾ ਕਾਰਨ ਬਣਦਾ ਹੈ। ਵਾਢੀ ਤੋਂ ਬਾਅਦ ਖੇਤ ਵਿੱਚ ਫਸਲਾਂ ਦੀਆਂ ਜੜ੍ਹਾਂ ਛੱਡਣਾ ਜਾਂ ਰੱਦੀ ਦੀ ਖੇਤੀ ਦਾ ਅਭਿਆਸ ਕਰਨਾ ਜਾਂ ਫਿਰ ਭਾਰੀ ਮਸ਼ੀਨਾਂ ਦੀ ਵਰਤੋਂ ਕਰਨਾ। ਤਾਂ ਇਹਨਾਂ ਚਾਰਾਂ 'ਚੋਂ ਸਹੀ ਉੱਤਰ ਨੂੰ ਆਪਾਂ ਕੀ ਕਰਨਾ, ਚੁਣਨਾ ਹੈਗਾ। ਪਹਿਲਾ 1 2 ਅਤੇ 3 ਸਿਰਫ, ਜਾਂ 1 ਅਤੇ 4 ਸਿਰਫ, ਜਾਂ 1 3 ਜਾਂ ਫਿਰ 4 ਸਿਰਫ। ਤਾਂ ਆਨਸਰ ਕੀ ਹੋਣਾ ਚਾਹੀਦਾ ਹੈ? ਤਾਂ ਆਨਸਰ ਕੀ ਹੋਣਾ ਚਾਹੀਦਾ ਹੈ? ਆਪਸ਼ਨ ਨੰਬਰ ਬੀ ਇਹਦਾ ਆਨਸਰ ਹੋਣਾ ਚਾਹੀਦਾ ਹੈ। 1 ਔਰ 4 ਇਹਦੇ ਆਨਸਰ ਹਨ। ਭਾਰੀ ਮਸ਼ੀਨਾਂ ਵਾਲਾ, ਭਾਰੀ ਮਸ਼ੀਨਾਂ ਦੀ ਵਰਤੋਂ ਔਰ ਗਲਤ ਹਲ ਵਾਹੁਣ ਦੇ ਢੰਗਾਂ ਦੀ ਵਰਤੋਂ ਕਰਕੇ ਮਿੱਟੀ ਦੀ ਕਟੌਤੀ ਦਾ ਕਾਰਨ ਬਣਦਾ ਹੈ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ ਆਪਾਂ। ਕੁਐਸਚਨ ਨੰਬਰ 94, ਹੇਠ ਦਿੱਤੇ ਵਿੱਚੋਂ ਕਿਹੜਾ ਜੀਵ ਰਸਾਇਣਿਕ ਚੱਕਰ ਦਾ ਹਿੱਸਾ ਹੈ? ਕਿਹੜਾ? ਮਿੱਟੀ, ਪੌਦੇ, ਵਾਯੂਮੰਡਲ ਜਾਂ ਸਮੁੰਦਰ। ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਸਮੁੰਦਰ। ਠੀਕ ਹੈ, ਉਹ ਸਾਰੇ ਦੱਸਣੇ ਸੀ ਨਾ। ਤਾਂ ਮਿੱਟੀ ਦੇ ਦੇਖੋ ਇਹ ਸਾਰੇ ਹੀ ਚੱਕਰ ਹੁੰਦੇ ਹਨ। ਮੈਂ ਥੱਲੇ ਉਹ ਨਹੀਂ ਦੇਖਿਆ ਸੀ ਨਾ। ਦੇਖੋ ਜਿਵੇਂ ਕਿ ਹੇਠ ਦਿੱਤਿਆਂ ਵਿੱਚ ਕਿਹੜਾ ਜੀਵ ਰਸਾਇਣਿਕ ਚੱਕਰ ਦਾ ਹਿੱਸਾ ਹੈ? ਮਿੱਟੀ, ਪੌਦੇ, ਵਾਯੂਮੰਡਲ ਜਾਂ ਸਮੁੰਦਰ। ਤਾਂ ਇਹ ਚਾਰਾਂ ਦੇ ਵਿੱਚੋਂ ਸਹੀ ਚੁਣਨੇ ਹਨ। ਤਾਂ ਮਤਲਬ ਕਿ ਇਹਨਾਂ ਚਾਰਾਂ ਦੇ ਵਿੱਚੋਂ ਚਾਰੋਂ ਹੀ ਸਹੀ ਹੈ। ਮਿੱਟੀ ਵੀ ਦੁਬਾਰਾ ਉਪਜਾਊ ਬਣਾਈ ਗਈ ਅਤੇ ਪੌਦੇ ਵੀ ਕੀ ਹੈ, ਦੁਬਾਰਾ ਉਹਦੀ ਪਾਣੀ ਵਧੀਆ ਉਹਦੀ ਸੇਵਾ ਕਰੋ ਤਾਂ ਉਹਦਾ ਪਾਣੀ ਪੂਣੀ ਵਧੀਆ ਉਹਨੂੰ ਔਰਗੈਨਿਕ ਨਾਲ ਉਗਾਓ ਤਾਂ ਪੌਦੇ ਦੁਬਾਰਾ ਉਗ ਜਾਂਦੇ ਆ। ਵਾਯੂਮੰਡਲ ਕੀ ਹੈ? ਹਵਾ ਪਾਣੀ ਇਹ ਸਾਰਾ ਕੁਛ ਦੁਬਾਰਾ ਰੀਚੱਕਰ ਹੁੰਦਾ ਰਹਿੰਦਾ। ਸਮੁੰਦਰ ਦਾ ਪਾਣੀ ਬੱਦਲ ਬਣ ਕੇ ਆਸਮਾਨ 'ਚ ਚਲਾ ਜਾਂਦਾ ਹੈ। ਤਾਂ ਇਹ ਸਾਰੇ ਹੀ ਜੀਵ ਰਸਾਇਣਿਕ ਚੱਕਰ ਦੇ ਹਿੱਸਾ ਹਨ। ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਆਪਸ਼ਨ ਨੰਬਰ ਡੀ ਇਹਦਾ ਆਨਸਰ ਹੋਣਾ ਚਾਹੀਦਾ ਹੈ। ਅੱਗੇ ਆ ਗਿਆ, ਅੱਗੇ ਵੀ ਇਹ ਕੀ ਹੈ, ਸਹੀ ਚੁਣਨਾ ਹੈ। ਅੱਗੇ ਕੀ ਆ ਗਿਆ, ਹੇਠ ਦਿੱਤੇ ਸਬੂਤਾਂ ਵਿੱਚੋਂ ਕਿਹੜਾ ਹਵਾ ਦੇ ਤਾਪਮਾਨ ਵਿੱਚ ਹੌਲੀ ਹੌਲੀ ਵਾਧੇ ਦੇ ਨਤੀਜੇ ਵਜੋਂ ਗਲੋਬਲ ਵਾਰਮਿੰਗ ਦਾ ਸਿਧਾਂਤ ਸਮਰਥਨ ਕਰਦਾ ਹੈ? ਤਪਸ਼ ਵਾਲੇ ਖੇਤਰਾਂ ਵੱਲ ਗਰਮ ਦੇਸ਼ਾਂ ਦੀਆਂ ਗਰਮੀਆਂ ਦਾ ਫੈਲਣਾ, ਗਰਮ ਖੰਡੀ ਪਹਾੜਾਂ ਦੀ ਬਰਫ਼ ਦੀਆਂ ਲਾਈਨਾਂ ਦਾ ਹੇਠ ਵੱਲ ਬਦਲਣਾ, ਫੋਰਸਟ ਖੇਤਰਾਂ ਦਾ ਜੰਮਣਾ, ਜਾਂ ਫਿਰ ਹੇਠ ਦਿੱਤੇ ਕੋਡਾਂ ਦੀ ਸਹੀ ਵਰਤੋਂ ਕਰਨੀ ਹੈ। ਮਤਲਬ ਕਿ ਇਹਨਾਂ ਤਿੰਨਾਂ 'ਚੋਂ ਦੱਸਣਾ ਹੈ ਕਿ ਕਿਹੜੇ ਸਹੀ ਹਨ। ਤਾਂ ਕਿਹੜੇ ਸਹੀ ਹਨ? 1 ਅਤੇ 2 ਜਾਂ 2 ਅਤੇ 3 ਜਾਂ 1 ਔਰ 3। ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ? ਸਿਰਫ 1 ਹੀ ਇਹਦੇ ਵਿੱਚ ਬਿਲਕੁਲ ਠੀਕ ਹੈ, ਬਾਕੀ ਸਾਰੇ ਕੀ ਹੈ, ਗਲਤ ਹੈ। ਅੱਗੇ ਆ ਗਿਆ, ਵਾਤਾਵਰਨ ਰੂਪ ਵਿੱਚ ਖੜੀ ਫਸਲ ਸ਼ਬਦ ਦਾ ਕੀ ਅਰਥ ਹੈ? ਤਾਂ ਕੀ ਅਰਥ ਹੈ? ਪੂਰੇ ਜੈਵਿਕ ਪਦਾਰਥ ਦਾ ਕੁੱਲ ਭਾਰ, ਹਾਈਟਰੋਟ੍ਰੋਪਸ ਦਾ ਕੁੱਲ ਭਾਰ, ਫਸਲਾਂ ਦੁਆਰਾ ਕਵਰ ਕੀਤਾ ਕੁੱਲ ਭਾਰ, ਜਾਂ ਉਪਰੋਕਤ ਵਿੱਚ ਕੋਈ ਨਹੀਂ। ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? ਆਪਸ਼ਨ ਨੰਬਰ 1 ਪੂਰੇ ਜੈਵਿਕ ਪਦਾਰਥ ਦਾ ਕੁੱਲ ਭਾਰ। ਚਲੋ ਅਗਲਾ ਪੜ੍ਹਦੇ ਹਾਂ। ਬਾਇਓਫਿਊਲ ਪੌਦਿਆਂ ਅਤੇ ਫਸਲਾਂ ਤੋਂ ਕੱਢੇ ਗਏ ਬਾਲਣ ਹਨ। ਇਹਨਾਂ ਦੇ ਕਈ ਫਾਇਦੇ ਹਨ। ਇਹਨਾਂ ਵਿੱਚ ਸ਼ਾਮਲ ਹਨ ਵਧਦੀ ਖੇਤੀ ਭਿੰਨਤਾ, ਖਾਦਾਂ ਦੀ ਘੱਟ ਵਰਤੋਂ, ਊਰਜਾ ਜਾਂ ਨਵੀਨਯੋਗ ਸਰੋਤ। ਇਹਨਾਂ ਵਿੱਚੋਂ ਵੀ ਸਹੀ ਉੱਤਰ ਚੁਣਨਾ ਹੈ। ਸਿਰਫ 1 ਔਰ 3 ਜਾਂ 2 ਔਰ 3 ਜਾਂ ਸਿਰਫ 1 2 ਔਰ 3। ਤਾਂ ਇਹਦਾ ਆਨਸਰ ਕੀ ਹੋਣਾ ਚਾਹੀਦਾ? ਆਪਸ਼ਨ ਨੰਬਰ ਬੀ ਬਿਲਕੁਲ 3 ਸਹੀ ਹੈ। ਚਲੋ ਅਗਲਾ ਪੜ੍ਹਦੇ ਹਾਂ। ਇਹਨਾਂ ਵਿੱਚੋਂ ਕਿਹੜਾ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਨੂੰ ਵਧਾਉਂਦਾ ਹੈ? ਤਾਂ ਕਿਹੜਾ ਵਧਾਉਂਦਾ ਹੈ? ਜੰਗਲਾਂ ਦੀ ਕਟਾਈ, ਲੱਕੜ ਨੂੰ ਸੜਨਾ ਜਾਂ ਆਟੋਮੋਬਾਈਲ। ਤਾਂ ਇਹਨਾਂ ਵਿੱਚ ਵੀ ਸਹੀ ਦੀ ਚੋਣ ਕਰਨੀ ਹੈ। ਤਾਂ ਕੀ ਕਰਦੇ ਹਨ? 1 2 ਜਾਂ ਆਪਸ਼ਨ ਨੰਬਰ ਬੀ 1 ਔਰ 3 ਸਿਰਫ, ਜਾਂ ਆਪਸ਼ਨ ਨੰਬਰ ਸੀ 2 ਜਾਂ 3 ਸਿਰਫ, ਜਾਂ ਫਿਰ ਡੀ ਤਿੰਨੋਂ 1 2 3। ਤਾਂ ਫਿਰ ਆਪਸ਼ਨ ਨੰਬਰ ਡੀ ਇਹਦਾ ਆਮ ਹੀ ਦਿਖ ਰਿਹਾ ਹੈ ਕਿ ਜਿਹੜਾ ਜੰਗਲਾਂ ਆਪਣੇ ਜਿਹੜੇ ਵਾਯੂਮੰਡਲ ਵਿੱਚ ਕਾਰਬਨ ਡਾਈਆਕਸਾਈਡ ਨੂੰ ਕਿਹੜੀ ਚੀਜ਼ਾਂ ਵਧਾਉਂਦੀਆਂ? ਜੰਗਲਾਂ ਦੀ ਕਟਾਈ ਵੀ ਵਧਾਉਂਦੀ ਪਈ ਹੈ, ਲੱਕੜ ਨੂੰ ਸਾੜਨਾ ਵੀ, ਜਾਂ ਆਟੋਮੋਬਾਈਲ ਜਿਹੜੇ ਆਪਾਂ ਯੂਜ਼ ਕਰਦੇ ਹਾਂ, ਠੀਕ ਹੈ, ਇਸ ਕਰਕੇ ਫੇਂਕ ਦਿੰਦੇ ਹਾਂ, ਤਾਂ ਉਹਦੇ ਨਾਲ ਵੀ ਹੁੰਦਾ ਹੈ। ਤਾਂ ਆਪਸ਼ਨ ਨੰਬਰ ਡੀ ਇਹਦਾ ਬਿਲਕੁਲ ਠੀਕ ਹੈ। ਚਲੋ ਅਗਲਾ ਕੁਐਸਚਨ ਪੜ੍ਹਦੇ ਹਾਂ। ਪਾਰਾ ਪ੍ਰਦੂਸ਼ਣ ਦੇ ਸਰੋਤ ਵਿੱਚ ਹੈ? ਕੋਲੇ ਦਾ ਚੱਲਣ ਵਾਲੇ ਥਰਮਲ ਪਾਵਰ ਪਲਾਂਟ ਸ਼ਾਮਿਲ ਹਨ, ਸੋਨਿਕ ਜੈਟ, ਜਾਂ ਆਟੋਮੋਬਾਈਲਜ਼, ਜਾਂ ਫਿਰ ਵੇਸਟ ਇਨਸਿਨਟਰੇਟਰ। ਤਾਂ ਇਹਨਾਂ ਵਿੱਚ ਵੀ ਸਹੀ ਦਾ ਚੁਣਾਵ ਕਰਨਾ ਹੈ। ਤਾਂ ਇਹਨਾਂ ਵਿੱਚ ਕਿਹੜੇ ਹੋਣਗੇ? ਆਪਸ਼ਨ ਨੰਬਰ 1 2 3 ਸਿਰਫ, ਜਾਂ ਆਪਸ਼ਨ ਨੰਬਰ ਬੀ 1 3 ਜਾਂ 4 ਸਿਰਫ, ਜਾਂ ਆਪਸ਼ਨ ਨੰਬਰ 1 ਸੀ 1 ਅਤੇ 3 ਸਿਰਫ, ਜਾਂ ਆਪਸ਼ਨ ਨੰਬਰ ਡੀ 1 ਅਤੇ 4 ਸਿਰਫ। ਤਾਂ ਇਹਦੇ ਵਿੱਚ ਕੀ ਆਨਸਰ ਹੋਣਾ ਚਾਹੀਦਾ ਹੈ? ਇਹਦੇ ਵਿੱਚ ਆਨਸਰ ਹੋਣਾ ਚਾਹੀਦਾ ਹੈ ਆਪਸ਼ਨ ਨੰਬਰ ਬੀ 1 3 ਔਰ 4 ਇਹਦਾ ਬਿਲਕੁਲ ਠੀਕ ਹੈ। ਚਲੋ ਅਗਲਾ ਪੜ੍ਹਦੇ ਹਾਂ। ਇੱਕ ਈਕੋਸਿਸਟਮ ਵਿੱਚ ਊਰਜਾ ਦਾ ਪ੍ਰਵਾਹ ਹੈ? ਇੱਕ ਦਿਸ਼ਾਹੀਨ, ਇੱਕ ਗੈਰ ਚੱਕਰੀ, ਜਾਂ ਚੱਕਰਵਾਤੀ, ਜਾਂ ਫਿਰ 2 ਦਿਸ਼ਾਵੀ। ਤਾਂ ਇਹਦੇ ਵਿੱਚ ਵੀ ਆਪਾਂ ਕੀ ਸਹੀ ਦਾ ਚੁਣਾਵ ਕਰਨਾ ਹੈ। 1
ਤਾਂ ਕੀ ਆਏਗਾ, ਹੇਠ ਲਿਖੇ ਕੋਡਾਂ ਦੀ ਵਰਤੋਂ ਕਰਕੇ ਸਹੀ ਉੱਤਰ ਚੁਣਾਵ ਕਰਨਾ ਹੈ। ਤਾਂ ਸਿਰਫ 1 ਅਤੇ 2, ਸਿਰਫ 1 ਅਤੇ 3, ਸਿਰਫ 2 ਔਰ 4 ਜਾਂ ਫਿਰ ਸਿਰਫ 3 ਔਰ 4। ਤਾਂ ਇਹਦੇ ਵਿੱਚ ਕੀ ਆਨਸਰ ਹੋਣਾ ਚਾਹੀਦਾ ਹੈ, ਸਿਰਫ 1 ਔਰ 2 ਹੀ ਬਿਲਕੁਲ ਠੀਕ ਹਨ, ਬਾਕੀ ਸਾਰੇ ਗਲਤ ਹਨ। ਤੁਹਾਨੂੰ ਵੀਡੀਓ ਕੈਸੀ ਲੱਗੀ ਤੁਸੀਂ ਕਮੈਂਟ ਬਾਕਸ 'ਚ ਦੱਸ ਸਕਦੇ ਹੋ। ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਲਾਈਕ ਕਰਨਾ ਔਰ ਸ਼ੇਅਰ ਕਰਨਾ। ਥੈਂਕ ਯੂ ਵੈਰੀ ਮਚ।